ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਕਲਾਸ ਵਿੱਚ CDP ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ। ਪੇਪਰ 1 ਜਾਂ ਫਿਰ 2 ਦੀ ਤਿਆਰੀ ਕਰ ਰਹੇ ਸਾਥੀ ਇਸ ਵੀਡੀਓ ਨੂੰ ਦੇਖ ਸਕਦੇ ਨੇ, ਸੁਣ ਸਕਦੇ ਨੇ ਅਤੇ ਸਮਝ ਸਕਦੇ ਨੇ। ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਜਿਹਦਾ ਨਾਮ ਹੈਗਾ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਸੋ ਦੋਸਤੋ, ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਇਨਕਲੂਸਿਵ ਐਜੂਕੇਸ਼ਨ ਤੋਂ ਰਿਲੇਟਡ ਪ੍ਰਸ਼ਨ ਹੈਗਾ ਆ, ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਿਲ ਕਰਨਾ ਕੀ ਹੁੰਦਾ ਹੈ। ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ। ਆਪਸ਼ਨਾਂ ਨੂੰ ਵੇਖ ਲੈਣੀ ਆ, ਫਿਰ ਤੁਸੀਂ ਜਵਾਬ ਦੱਸਣਾ ਆ ਐਂਡ ਲਾਸਟ ਤੇ ਤੁਸੀਂ ਮੈਨੂੰ ਇਹ ਵੀ ਜ਼ਰੂਰ ਦੱਸਿਓ 15 ਵਿੱਚੋਂ ਤੁਹਾਡੇ ਇੱਥੇ ਕਿੰਨੇ ਨੰਬਰ ਬਣੇ ਨੇ। ਪਹਿਲੀ ਆਪਸ਼ਨ ਹੈ ਕਿ ਇਜ਼ ਐਨ ਅਨਰੀਅਲਿਸਟਿਕ ਗੋਲ, ਕਿ ਇਹ ਜਿਹੜਾ ਗੋਲ ਹੈਗਾ ਜੀ ਅਨਰੀਅਲਿਸਟਿਕ ਹੈ, ਅਸਲ ਜ਼ਿੰਦਗੀ ਵਿੱਚ ਆਪਾਂ ਇਹਨੂੰ ਨਹੀਂ ਅਪਣਾ ਸਕਦੇ, ਗੈਰ ਯਥਾਰਥਕ ਟੀਚਾ ਹੁੰਦਾ ਹੈ। ਜਾਂ ਫਿਰ ਆਪਸ਼ਨ ਨੰਬਰ B ਇਜ਼ ਡੈਟਰੀਮੈਂਟਲ ਟੂ ਚਿਲਡਰਨ ਵਿਦਆਊਟ ਡਿਸੇਬਿਲਿਟੀ, ਅਪੰਗਤਾਵਾਂ ਤੋਂ ਬਿਨਾਂ ਬੱਚਿਆਂ ਦੇ ਹਿੱਤਾਂ ਦੇ ਵਿਰੁੱਧ ਹੁੰਦਾ ਹੈ। ਜਾਂ ਫਿਰ ਆਪਸ਼ਨ ਨੰਬਰ C ਵਿਲ ਇਨਕਰੀਜ਼ ਦਾ ਬਰਡਨ ਔਨ ਸਕੂਲ, ਕਿ ਸਕੂਲਾਂ ਉੱਤੇ ਇਹਦਾ ਬੋਝ ਵਧੇਗਾ। ਆਪਸ਼ਨ ਨੰਬਰ D ਵਿੱਚ ਲਿਖਿਆ ਹੋਇਆ requires a change in attitude, content and approach to teaching, ਰਵੱਈਏ ਵਿੱਚ ਤਬਦੀਲੀ ਦੀ ਲੋੜ ਪਏਗੀ, ਅਧਿਆਪਨ ਦੀ ਸਮੱਗਰੀ ਅਤੇ ਪਹੁੰਚ ਵੱਖਰੀ ਹੋਵੇਗੀ। ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ, ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡ, ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਕਿ ਇਹਦੇ ਵਿੱਚ ਆਪਾਂ ਨੂੰ ਜਿਹੜਾ ਐਟੀਟਿਊਡ ਹੈਗਾ ਜੀ ਉਹ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਜੋ ਅਸੀਂ ਉਹਨਾਂ ਬੱਚਿਆਂ ਦੇ ਅਕੋਰਡਿੰਗ ਆਪਣੇ ਸਿਸਟਮ ਨੂੰ ਚੇਂਜ ਕਰ ਸਕੀਏ, ਤਾਂ ਜੋ ਜਿਹੜੇ ਬੱਚੇ ਨੇ ਉਹ ਸਿਸਟਮ ਦੇ ਵਿੱਚ ਜਾਂ ਫਿਰ ਕਲਾਸਰੂਮ ਦੇ ਵਿੱਚ ਖੁਦ ਨੂੰ ਵਧੀਆ ਮਹਿਸੂਸ ਕਰਨ। ਮੇਰੀ ਆਪ ਦੀ ਕਲਾਸ ਦੇ ਵਿੱਚ ਜਿਵੇਂ ਮੈਂ 6ਵੀਂ ਜਮਾਤ ਦਾ ਇੰਚਾਰਜ ਹੈਗਾ ਆ, ਤੇ ਉੱਥੇ 2 ਸਪੈਸ਼ਲ ਬੱਚੇ ਹੈਗੇ ਆ। ਸੋ ਮੇਰੇ ਦੁਆਰਾ ਜਾਂ ਫਿਰ ਪੂਰੇ ਸਕੂਲ ਦੁਆਰਾ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਬੱਚਿਆਂ ਨੂੰ ਕੋਈ ਸਮੱਸਿਆ ਨਾ ਆਵੇ, ਜਾਂ ਫਿਰ ਜੇਕਰ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਤੇ ਆਪਾਂ ਉਹਨਾਂ ਨੂੰ ਉਹ ਫੈਸਿਲਿਟੀਜ਼ ਪ੍ਰੋਵਾਈਡ ਕਰੀਏ। ਸੋ ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਕਰਨ ਦੀ ਨਹੀਂ ਲੋੜ ਹੈਗੀ, ਆਪਾਂ ਨੂੰ ਬਸ ਐਕਸੈਪਟ ਕਰਨਾ ਆ ਉਹਨਾਂ ਬੱਚਿਆਂ ਨੂੰ, ਆਪਣੇ ਐਟੀਟਿਊਡ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਲਿਆ ਕੇ ਆਉਣਾ ਪੈਣਾ ਆ, ਐਂਡ ਅਪਰੋਚਿਸ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਚੇਂਜਸ ਲੈ ਕੇ ਆਉਣਾ ਪੈਣਾ ਆ, ਐਂਡ ਜਿਹੜੇ ਉਹ ਬੱਚੇ ਨੇ ਜੀ ਵਧੀਆ ਐਡਜਸਟ ਹੋ ਜਾਣਗੇ ਆਪਣੇ ਨਾਲ। ਆਪਸ਼ਨ ਨੰਬਰ D ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲਾ ਪ੍ਰਸ਼ਨ ਦੇਖ ਲਓ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਸੁਣਨ ਦੇ ਪੱਖੋਂ ਅਪੰਗ ਬੱਚਾ ਜਿਹੜਾ ਹੋਏਗਾ, ਅ ਚਾਈਲਡ ਵਿਦ ਹੀਅਰਿੰਗ ਇੰਪੇਅਰਮੈਂਟ, ਇਹਦਾ ਜਵਾਬ ਦੱਸੋ। ਪਹਿਲੀ ਆਪਸ਼ਨ ਵਿੱਚ ਤਾਂ ਕਿਹਾ ਜਾ ਰਿਹਾ should be sent only to a school for the hearing impaired and not to regular school, ਕਿ ਉਸ ਬੱਚੇ ਨੂੰ ਕਹਿੰਦੇ ਕਿ ਕਿਹੜੇ ਸਕੂਲ ਭੇਜਣਾ ਚਾਹੀਦਾ ਆ, ਕਿ ਸੁਣਨ ਦੇ ਪੱਖੋਂ ਅਪੰਗ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦਾ ਹੈ, ਸਧਾਰਨ ਸਕੂਲ ਨਹੀਂ ਭੇਜਣਾ ਚਾਹੀਦਾ। ਮਤਲਬ ਕਿ ਜਿਹੜਾ ਸੁਣਨ ਦੇ ਪੱਖੋਂ ਅਪੰਗ ਬੱਚਿਆਂ ਦੇ ਸਕੂਲ ਭੇਜਣਾ ਚਾਹੀਦਾ ਆ, ਵੀ ਮਤਲਬ ਸਪੈਸ਼ਲ ਸਕੂਲ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ। B ਦੇ ਵਿੱਚ ਲਿਖਿਆ ਹੋਇਆ will not benefit from academic education only and should be given vocational training itself, instead ਲਿਖਿਆ ਹੋਇਆ will not benefit from academic education only, ਕਿ ਜਿਹੜਾ ਬੱਚਾ ਹੋਏਗਾ ਅਕਾਦਮਿਕ ਸਿੱਖਿਆ ਲਾਭਕਾਰੀ ਨਹੀਂ ਹੋਵੇਗੀ, ਸੋ ਇਸ ਕਰਕੇ ਉਹਨੂੰ ਕਿੱਤਾ ਮੁਖੀ ਜਾਂ ਫਿਰ ਕਹਿ ਲਓ ਵੀ ਕੰਮ ਸਿਖਾ ਦੇਣਾ ਚਾਹੀਦਾ ਆ, ਕਿਉਂਕਿ ਅਕੈਡਮਿਕਸ ਵਾਲੀ ਜਿਹੜੀ ਸਿੱਖਿਆ ਹੈਗੀ ਆ ਉਹ ਤਾਂ ਉਹਦੇ ਲਈ ਕੋਈ ਬੈਨੀਫਿਟ ਦਊਗੀ ਨਹੀਂ। ਇੱਥੇ ਇਹ ਗੱਲ ਕਹੀ ਜਾ ਰਹੀ ਆ। C 'ਚ ਤਾਂ ਲਿਖਿਆ ਹੋਇਆ ਕੈਨ ਡੂ ਵੈਰੀ ਵੈਲ ਇਨ ਅ ਰੈਗੂਲਰ ਸਕੂਲ ਇਫ ਸੂਟੇਬਲ ਫੈਸਿਲਿਟੇਸ਼ਨ ਐਂਡ ਰਿਸੋਰਸਿਸ ਆਰ ਪ੍ਰੋਵਾਈਡਡ, ਕਿ ਸਧਾਰਨ ਸਕੂਲ ਵਿੱਚ ਚੱਲ ਸਕਦਾ ਹੈ ਜੇ ਢੁਕਵੀਆਂ ਸਹੂਲਤਾਂ ਅਤੇ ਸਰੋਤ ਪ੍ਰਦਾਨ ਕੀਤੇ ਜਾਣ। ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਠੀਕ ਹੈ ਬੱਚਾ ਹੈਗਾ ਆ, ਚਲੋ ਹੁਣ ਉਹਨੂੰ ਤਾਂ ਨਹੀਂ ਆਪਾਂ ਚੇਂਜ ਕਰ ਸਕਦੇ, ਬਟ ਸਿਸਟਮ ਨੂੰ ਜ਼ਰੂਰ ਆਪਾਂ ਥੋੜ੍ਹਾ ਜਿਹਾ ਚੇਂਜ ਕਰ ਸਕਦੇ ਹਾਂ। ਕੁਝ ਇਹੋ ਜਿਹੀ ਮਸ਼ੀਨਾਂ ਲਿਆ ਸਕਦੇ ਹਾਂ ਜਿਹਦੇ ਨਾਲ ਬੱਚਾ ਜਿਹੜਾ ਹੈਗਾ ਆ ਉਹਨੂੰ ਪ੍ਰੋਪਰ ਸੁਣ ਸਕੇ, ਜਾਂ ਫਿਰ ਕਹਿ ਲਓ ਕਿ ਇੱਕ ਕੰਨਾਂ ਵਾਲੇ ਡਿਵਾਈਸ ਵੀ ਹੁੰਦੇ ਆ ਜਿਹਦੇ ਨਾਲ ਬੱਚੇ ਨੂੰ ਜ਼ਿਆਦਾ ਸਮੱਸਿਆਵਾਂ ਨਾ ਆਉਣ। ਜਿਹੜੀ ਸਮੱਸਿਆ ਆ ਰਹੀ ਹੈ ਉਹ ਤਾਂ ਚਲੋ ਆਊਗੀ, ਬਟ ਆਪਾਂ ਕੁਝ ਇਹੋ ਜਿਹਾ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਹਾਂ ਜਿਹਦੇ ਨਾਲ ਜਿਹੜਾ ਬੱਚਾ ਹੈਗਾ ਜੀ ਉਹ ਸਟੱਡੀ ਵਿੱਚ ਥੋੜ੍ਹਾ ਜਿਹਾ ਬੈਟਰ ਕਰੇ। ਆਪਸ਼ਨ ਨੰਬਰ 4 ਵਿੱਚ ਤਾਂ ਲਿਖਿਆ ਹੋਇਆ ਵਿਲ ਨੈਵਰ ਬੀ ਏਬਲ ਟੂ ਪਰਫਾਰਮ ਔਨ ਅ ਪਾਰ ਵਿਦ ਕਲਾਸਮੇਟਸ ਇਨ ਅ ਰੈਗੂਲਰ ਸਕੂਲ, ਸਧਾਰਨ ਸਕੂਲ ਵਿੱਚ ਹੋਰ ਬੱਚਿਆਂ ਵਰਗੀ ਕਾਰਗੁਜ਼ਾਰੀ ਕਦੇ ਨਹੀਂ ਵਿਖਾ ਸਕੇਗਾ। D ਵੇਖੋ ਬਿਲਕੁਲ ਨੈਗੇਟਿਵ ਗੱਲ ਕੀਤੀ ਜਾ ਰਹੀ ਹੈ। ਇੱਥੇ ਕਿਹਾ ਜਾ ਰਿਹਾ ਕਿ ਅਕੈਡਮਿਕ ਐਜੂਕੇਸ਼ਨ ਤਾਂ ਉਹਦੇ ਲਈ ਬੈਨੀਫਿਟ ਹੀ ਹੈ ਨਹੀਂ, B ਤਾਂ ਕਰਕੇ ਕੱਟ ਦਾਂਗੇ। A 'ਚ ਤਾਂ ਲਿਖਿਆ ਹੋਇਆ ਕਿ ਉਹਨੂੰ ਸਪੈਸ਼ਲ ਸਕੂਲ ਭੇਜੀਏ, ਫਿਰ ਇਨਕਲੂਸਿਵ ਐਜੂਕੇਸ਼ਨ ਦਾ ਕੰਸੈਪਟ ਲਿਆਉਣ ਦੀ ਵੀ ਜ਼ਰੂਰਤ ਹੈਗੀ ਹੈ ਜੇਕਰ ਆਪਾਂ ਇਹੋ ਜਿਹੇ ਬੱਚਿਆਂ ਨੂੰ ਸਪੈਸ਼ਲ ਸਕੂਲ ਭੇਜਣਾ ਆ। ਸੋ C ਜਵਾਬ ਜਿਹੜਾ ਹੋਏਗਾ ਜੀ ਇਹ ਤੁਹਾਡਾ ਸਹੀ ਜਵਾਬ ਹੈਗਾ, ਕਿ ਆਪਾਂ ਕੁਝ ਫੈਸਿਲਿਟੀ ਪ੍ਰੋਵਾਈਡ ਕਰਵਾ ਕੇ ਵਧੀਆ ਕਰ ਸਕਦੇ ਹਾਂ, ਰੈਗੂਲਰ ਸਕੂਲ ਵਿੱਚ ਹੀ ਬੱਚੇ ਨੂੰ ਭੇਜਾਂਗੇ। ਆਪਸ਼ਨ ਨੰਬਰ C ਜਵਾਬ ਨੂੰ ਟਿਕ ਲਗਾ ਦਿਓ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਅ ਕਰੈਕਟਰਿਸਟਿਕਸ ਆਫ ਅ ਗਿਫਟਡ ਲਰਨਰ। ਗਿਫਟਡ ਲਰਨਰ ਦੀ ਗੱਲ ਕੀਤੀ ਜਾ ਰਹੀ ਹੈ। ਨਿਮਨ ਦਰਜ ਵਿੱਚੋਂ ਜਾਂ ਫਿਰ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਵਿੱਚੋਂ ਕਿਹੜਾ ਹੋਣਹਾਰ ਬੱਚੇ ਦਾ ਲੱਛਣ ਹੋਏਗਾ ਜੀ, ਇਹਦੇ ਬਾਰੇ ਦੱਸੋ। ਉਹ ਜਿਹੜਾ ਬੱਚਾ ਹੋਏਗਾ ਜੀ ਉਹਨੂੰ ਬਹੁਤ ਜ਼ਿਆਦਾ ਗੁੱਸਾ ਹੋਊਗਾ, ਐਗਰੈਸਿਵ ਹੋਊਗਾ, ਫਰਸਟ੍ਰੇਟਡ ਹੋਊਗਾ, ਆਕਰਮਣਕਾਰੀ ਅਤੇ ਉਪਰਾਮ ਹੋਵੇਗਾ। ਜਾਂ ਫਿਰ ਆਪਸ਼ਨ ਨੰਬਰ B he can feel understimulated and bored if the class activities are not challenging enough, ਜੇ ਕਲਾਸ ਦੇ ਕਾਰਜ ਚੁਣੌਤੀ ਭਰੇ ਨਹੀਂ ਹੋਣਗੇ ਤਾਂ ਜਿਹੜਾ ਬੱਚਾ ਹੋਏਗਾ ਜੀ ਉਹ ਬੜਾ ਹੀ
ਅੱਕ ਜਾਏਗਾ, मतलब बोर फील करेगा। ऑप्शन नंबर सी च लिखा होया हाईली टैंपरामेंटल, की मन मर्जी करेगा, गुस्सा बहुत करेगा, और उन्होंने गुस्सा छेती आ जाएगा। ऑप्शन नंबर डी ही इंगेजेस इन रिजुअलिस्टिक बिहेवियर लाइक हैंड फ्लैपिंग रॉकिंग, कि ਉਹ ਹੱਥ ਉਛਾਲਣ ਅਤੇ ਇੱਧਰ ਉੱਧਰ ਹਿੱਲਣ ਦੇ ਕਰਮਕਾਂਡ ਵਿੱਚ ਰੁੱਝੇਗਾ। ਗੱਲ ਕਰਦੇ ਹਾਂ ਗਿਫਟਡ ਲਰਨਰ ਦੀ। ਗਿਫਟਡ ਜਿਹੜੇ ਬੱਚੇ ਹੁੰਦੇ ਆ ਜੀ, ਜੇਕਰ ਕਲਾਸ ਵਿੱਚ ਬੈਠੇ ਹੋਏ ਆ, ਤੁਸੀਂ ਇਹਨਾਂ ਨੂੰ ਕੋਈ ਕੁਐਸਚਨ ਦਿੱਤਾ, ਉਹਨਾਂ ਨੇ ਨਾਲ ਦੀ ਨਾਲ ਕੁਐਸਚਨ ਹੱਲ ਕਰਕੇ ਤੁਹਾਨੂੰ ਵਿਖਾ ਦੇਣਾ ਆ, ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਉਹਨੂੰ ਬਿਜ਼ੀ ਨਾ ਰੱਖੋਗੇ, ਉਹਨੂੰ ਹੋਰ ਔਖੇ ਔਖੇ ਕੰਮ ਨਾ ਦਿਓਗੇ, ਚੁਣੌਤੀ ਭਰਪੂਰ ਕੰਮ ਨਾ ਦਿਓਗੇ, ਤੇ ਬੱਚਾ ਬੋਰ ਫੀਲ ਕਰੇਗਾ। ਸੋ ਇਸ ਅਕੋਰਡਿੰਗ ਵੇਖਿਆ ਜਾਵੇ ਤਾਂ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਬਣੇਗਾ ਜੀ। ਬਾਕੀ ਦੀਆਂ ਆਪਸ਼ਨਾਂ ਗਲਤ ਨੇ ਜੀ। ਅਗਰੈਸਿਵ ਫਰਸਟ੍ਰੇਟਡ ਹੋਣਾ ਕੋਈ ਜ਼ਰੂਰੀ ਤਾਂ ਨਹੀਂ ਕਿ ਜਿਹੜਾ ਗਿਫਟਡ ਬੱਚਾ ਹੋਏਗਾ ਵੀ ਗੁੱਸਾ ਕਰੂਗਾ, ਬਟ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖ ਲਓ, ਫਿਊ ਸਟੂਡੈਂਟਸ ਇਨ ਯੋਰ ਕਲਾਸ ਆਰ ਐਕਸੈਪਸ਼ਨਲੀ ਬ੍ਰਾਈਟ, ਯੂ ਵਿਲ ਟੀਚ ਦੈਮ। ਇੱਥੇ ਆਪਣੀ ਕਲਾਸ ਦੇ ਵਿੱਚ, ਮੰਨ ਲਓ ਮੇਰੀ ਕਲਾਸ ਦੇ ਵਿੱਚ ਜਿਹੜੇ ਕੁਝ ਵਿਦਿਆਰਥੀ ਨੇ ਵਿਲੱਖਣ ਯੋਗਤਾ ਵਾਲੇ ਹੈਗੇ ਆ, ਅਤੇ ਉਹਨਾਂ ਨੂੰ ਤੁਸੀਂ ਪੜ੍ਹਾਓਗੇ ਕਿਵੇਂ? ਮੇਰੀ ਕਲਾਸ ਵਿੱਚ ਕੁਝ ਇਹੋ ਜਿਹੇ ਬੱਚੇ ਹੈਗੇ ਆ ਜਿਹੜੇ ਕਿ ਅਸਲ ਵਿੱਚ ਉਹਨਾਂ ਨੂੰ ਸਾਰਾ ਕੁਝ ਆਉਂਦਾ ਹੁੰਦਾ। ਜੇ ਮੈਂ ਕੋਈ ਚੈਪਟਰ ਪੜ੍ਹਾਉਣਾ ਆ, ਉਹਨਾਂ ਨੂੰ ਪਹਿਲਾਂ ਹੀ ਉਹਨਾਂ ਚੀਜ਼ਾਂ ਬਾਰੇ ਪਤਾ ਹੁੰਦਾ ਆ। ਸੋ ਤੁਹਾਨੂੰ ਕੀ ਲੱਗਦਾ ਕਿ ਕਲਾਸ ਦੇ ਜਿਹੜੇ ਉਹ ਬੱਚੇ ਹੋਣਗੇ, ਤੁਹਾਨੂੰ ਕੀ ਕਰਨਾ ਚਾਹੀਦਾ ਉਹਨਾਂ ਦੇ ਲਈ, ਕਿ ਉਹਨਾਂ ਨੂੰ ਤੁਸੀਂ ਕਿਵੇਂ ਪੜ੍ਹਾਓਗੇ? ਕਲਾਸ ਦੇ ਨਾਲ ਪੜ੍ਹਾਓਗੇ ਉਹਨਾਂ ਨੂੰ ਤੁਸੀਂ ਅਲੋਂਗ ਵਿਦ ਦ ਕਲਾਸ, ਜਾਂ ਫਿਰ ਉਚੇਰੀ ਕਲਾਸ ਨਾਲ? ਮੰਨ ਲਓ 6ਵੀਂ ਕਲਾਸ ਦਾ ਮੇਰਾ ਬੱਚਾ ਆ, ਅਤੇ ਮੈਂ 6ਵੀਂ ਕਲਾਸ ਦੇ ਬੱਚੇ ਨੂੰ ਮੈਂ ਲੈ ਗਿਆ 10ਵੀਂ ਵਾਲੇ ਬੱਚੇ ਦੇ ਨਾਲ, ਜਾਂ ਫਿਰ 8ਵੀਂ 9ਵੀਂ ਦੇ ਬੱਚਿਆਂ ਨਾਲ ਮੈਂ ਉਹਨਾਂ ਨੂੰ ਲੈ ਗਿਆ ਅਤੇ ਉਹਨਾਂ ਦੇ ਨਾਲ ਪੜ੍ਹਾਉਣਾ ਸ਼ੁਰੂ ਕਰਤਾ। ਜਾਂ ਫਿਰ ਆਪਸ਼ਨ ਨੰਬਰ ਸੀ ਬਾਈ ਯੂਜ਼ਿੰਗ ਐਨਰਿਚਡ ਪ੍ਰੋਗਰਾਮ, ਵਧੇਰੇ ਸਮੱਗਰੀ ਵਾਲੇ ਪ੍ਰੋਗਰਾਮ ਵਰਤ ਕੇ। ਕੁਝ ਕਿਤਾਬਾਂ ਇਹੋ ਜਿਹੀਆਂ ਆਉਂਦੀਆਂ ਨੇ ਜਿਹੜੇ ਕਿ ਐਵਰੇਜ ਸਟੂਡੈਂਟ ਨਾਲੋਂ ਜ਼ਿਆਦਾ ਉਹਦੇ ਵਿੱਚ ਕੰਟੈਂਟ ਦਿੱਤਾ ਹੁੰਦਾ ਆ, ਤਾਂ ਜੋ ਜਿਹੜੇ ਹੋਰ ਐਵਰੇਜ ਸਟੂਡੈਂਟ ਤੋਂ ਜ਼ਿਆਦਾ ਜਿਹੜੇ ਕਰ ਸਕਦੇ ਆ, ਅਟੈਂਪਟ ਕਰ ਸਕਦੇ ਆ, ਕੁਐਸਚਨਸ ਨੂੰ ਸੋਲਵ ਕਰ ਸਕਦੇ ਆ। ਕੁਝ ਇਸ ਤਰ੍ਹਾਂ ਦੀਆਂ ਕਿਤਾਬਾਂ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂ ਤਾਂ ਜੋ ਉਹ ਜਿਹੜੇ ਬੱਚੇ ਨੇ ਅਕੈਡਮਿਕਸ ਦੇ ਵਿੱਚ ਹੋਰ ਵਧੀਆ ਕਰ ਸਕਣ। ਸੋ ਕੀ ਇਹਦਾ ਜਵਾਬ ਸਹੀ ਹੋਊਗਾ ਕਿ ਮੈਂ ਉਹਨਾਂ ਦੇ ਲਈ ਕੋਈ ਹੋਰ ਜਿਹੜਾ ਸਟੱਡੀ ਮਟੀਰੀਅਲ ਹੋਊਗਾ, ਜਿਹੜਾ ਕਿ ਉਹਨਾਂ ਦੀ ਸਟੱਡੀ ਤੋਂ ਰਿਲੇਟਡ ਹੀ ਹੋਊਗਾ, ਉਹ ਮੈਂ ਲਿਆ ਕੇ ਦਊਂਗਾ? ਜਾਂ ਫਿਰ ਓਨਲੀ ਵੈਨ ਦੇ ਵਾਂਟ, ਉਹਨਾਂ ਨੂੰ ਸਿਰਫ ਆਪਾਂ ਉਦੋਂ ਪੜ੍ਹਾਵਾਂਗੇ ਜਦੋਂ ਉਹ ਚਾਹਣਗੇ? ਜੇਕਰ ਉਹ ਕਹਿਣਗੇ ਵੀ ਸਾਨੂੰ ਨਾ ਪੜ੍ਹਾਓ ਤੇ ਤੁਸੀਂ ਸਾਰਾ ਦਿਨ ਬੈਠੇ ਰਹੋਗੇ, ਨਾ ਪੜ੍ਹਾਓਗੇ? ਆਪਸ਼ਨ ਨੰਬਰ ਡੀ ਜਵਾਬ ਤਾਂ ਹੋ ਗਿਆ ਗਲਤ। ਕਲਾਸ ਦੇ ਨਾਲ ਤਾਂ ਠੀਕ ਆ ਪੜ੍ਹਾਉਣਾ ਹੁੰਦਾ, ਪਰ ਆਪਾਂ ਐਡੀਸ਼ਨਲੀ ਵੀ ਉਦੋਂ ਕਰਾਵਾਂਗੇ ਨਾ, ਕਿਉਂਕਿ ਕਲਾਸ ਦੇ ਜਿਹੜੇ ਵੀ ਸਾਰੇ ਕੁਐਸਚਨ ਹੋਣਗੇ ਉਹਨਾਂ ਨੇ ਤਾਂ ਹੱਲ ਕਰਤੇ ਹੋਣੇ ਆ। ਹਾਇਰ ਕਲਾਸ ਦੇ ਨਾਲ ਵੀ ਨਹੀਂ ਬਿਠਾਵਾਂਗੇ, ਬਟ ਆਪਸ਼ਨ ਨੰਬਰ ਸੀ ਜਵਾਬ ਸਹੀ ਹੋਊਗਾ ਕਿ ਆਪਾਂ ਉਹਨੂੰ ਐਨਰਿਚਡ ਪ੍ਰੋਗਰਾਮ ਦੀ ਵਧੇਰੇ ਸਮੱਗਰੀ ਵਾਲੇ ਪ੍ਰੋਗਰਾਮ ਵਰਤ ਕੇ, ਜਾਂ ਫਿਰ ਜਿਹੜੀਆਂ ਵੀ ਚੀਜ਼ਾਂ ਹੋਣਗੀਆਂ ਉਹ ਦੇ ਕੇ ਆਪਾਂ ਬੱਚਿਆਂ ਨੂੰ ਪੜ੍ਹਾਵਾਂਗੇ। ਆਪਸ਼ਨ ਨੰਬਰ ਸੀ ਜਵਾਬ ਇਹਦਾ ਸਹੀ ਹੋਊਗਾ ਜੀ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਅ ਪ੍ਰੋਬਲਮ ਚਾਈਲਡ ਇਜ਼, ਸਮੱਸਿਆਵਾਂ ਵਾਲਾ ਵਿਗੜਿਆ ਬੱਚਾ ਹੈਗਾ ਜੀ ਕਲਾਸ ਵਿੱਚ, ਤੇ ਦੱਸ ਦਿਓ ਇਹਦਾ ਕੀ ਕਾਰਨ ਹੋ ਸਕਦਾ ਆ? ਪੈਂਪਰਿੰਗ ਗਾਰਡੀਅਨਸ, ਕਿ ਲਾਡ ਲਡਾਉਣ ਵਾਲੇ ਸਰਪ੍ਰਸਤਾਂ ਕਾਰਨ, ਹੈਰੀਡਿਟੀ ਪ੍ਰੋਬਲਮ, ਵਿਰਸੇ ਦੀਆਂ ਸਮੱਸਿਆਵਾਂ ਕਾਰਨ, ਜਾਂ ਫਿਰ ਆਈਕਿਊ ਪ੍ਰੋਬਲਮਸ, ਆਈਕਿਊ ਦੀਆਂ ਸਮੱਸਿਆਵਾਂ ਕਾਰਨ, ਜਾਂ ਫਿਰ ਡੀ ਆਪਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਫਿਜ਼ੀਕਲ ਪ੍ਰੋਬਲਮ, ਸਰੀਰਕ ਸਮੱਸਿਆਵਾਂ ਕਾਰਨ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਇੱਕ ਪ੍ਰੋਬਲਮ ਚਾਈਲਡ, ਸਮੱਸਿਆਵਾਂ ਵਾਲਾ ਜਿਹੜਾ ਬੱਚਾ ਹੈਗਾ ਆ, ਉਹਨੂੰ ਘਰੋਂ ਜ਼ਿਆਦਾ ਲਾਡ ਪਿਆਰ ਮਿਲਿਆ ਅਤੇ ਸਕੂਲ ਦੇ ਵਿੱਚ ਆ ਕੇ ਬੱਚਾ ਫਿਰ ਤੰਗ ਪਰੇਸ਼ਾਨ ਕਰ ਰਿਹਾ। ਅਕਸਰ ਆਪਾਂ ਵੇਖਦੇ ਹਾਂ ਕਿ ਕੁਝ ਬੱਚੇ ਜਦੋਂ ਆਉਂਦੇ ਆ ਸਕੂਲ ਦੇ ਵਿੱਚ, ਅਤੇ ਉਹ ਕੀ ਕਰਦੇ ਆ ਵੀ ਉਸ ਤਰ੍ਹਾਂ ਹੀ ਬਿਹੇਵ ਕਰਦੇ ਆ ਜਿਵੇਂ ਘਰੇ ਕਰਦੇ ਹੁੰਦੇ ਆ। ਘਰੇ ਆਪਦੇ ਮਾਪਿਓ ਸਾਹਮਣੇ ਬੋਲਦੇ ਆ, ਸਕੂਲੇ ਆ ਕੇ ਵੀ ਕੋਸ਼ਿਸ਼ ਕਰਦੇ ਆ ਵੀ ਆਪਾਂ ਉਹ ਸੇਮ ਹਰਕਤਾਂ ਕਰੀਏ। ਸੋ ਇਹਦਾ ਜਿਹੜਾ ਨਤੀਜਾ ਹੋ ਸਕਦਾ ਆ ਪ੍ਰੋਬਲਮ ਚਾਈਲਡ ਦਾ, ਉਹ ਹੋ ਸਕਦਾ ਆ ਕਿ ਲਾਡ ਲਡਾਉਣ ਵਾਲੇ ਪੇਰੈਂਟਸ ਕਰਕੇ, ਪੈਂਪਰਿੰਗ ਗਾਰਡੀਅਨਸ ਕਰਕੇ ਜਿਹੜਾ ਬੱਚਾ ਹੋਏਗਾ ਜੀ, ਉਹ ਬੱਚਾ ਵਿਗੜਿਆ ਹੋਊਗਾ। ਸੋ ਪ੍ਰੋਬਲਮ ਚਾਈਲਡ, ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲਾ ਪ੍ਰਸ਼ਨ ਦੇਖ ਲਓ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਸ਼ੁੱਡ ਬੀ ਯੂਜ਼ ਟੂ ਡਿਕਰੀਜ਼ ਮਾਈਨਰ ਐਪਰੋਪਰੀਏਟ ਬਿਹੇਵੀਅਰ। ਕਲਾਸ ਵਿੱਚ ਕੁਝ ਬੱਚੇ ਹੁੰਦੇ ਆ ਵਾਰ-ਵਾਰ ਰੌਲਾ ਪਾਈ ਜਾਣਗੇ। ਜਿਵੇਂ ਅੱਜ ਮੈਂ ਬੈਠਾ ਸੀਗਾ, ਬ੍ਰੇਕ ਟਾਈਮ ਰੋਟੀ ਖਾ ਰਿਹਾ ਸੀਗਾ, ਇੱਕ ਬੱਚਾ ਆ ਕਹਿੰਦਾ ਸਰ ਉਹਨੇ ਐ ਨਹੀਂ ਐ ਕਹਿ ਦਿੱਤਾ, ਉਹ ਬੱਚਾ ਮੈਨੂੰ ਐ ਤੰਗ ਪਰੇਸ਼ਾਨ ਕਰ ਰਿਹਾ, ਉਹ ਮੈਨੂੰ ਵੱਡੇ ਬੱਚੇ ਤੰਗ ਪਰੇਸ਼ਾਨ ਕਰ ਰਹੇ ਆ। ਜਾਂ ਫਿਰ ਕੋਈ ਇਹੋ ਜਿਹੀ ਨਿੱਕੀ ਮੋਟੀ ਗੱਲ ਹੋ ਜਾਂਦੀ ਆ ਜਿਹਨੂੰ ਪੁੱਛਿਆ ਜਾ ਰਿਹਾ ਕਿ ਮੰਨ ਲਓ ਕੋਈ ਇਹੋ ਜਿਹੀ ਸ਼ਰਾਰਤ ਕਰ ਦਿੰਦਾ ਆ, ਨਿਮਨ ਦਰਜ ਵਿੱਚੋਂ ਕਿਸੇ ਦੀ ਵਰਤੋਂ ਨਾਲ ਨਿੱਕੇ ਮੋਟੇ ਗੈਰ ਵਾਜਬ ਵਿਹਾਰ ਨੂੰ ਘਟਾਇਆ ਜਾ ਸਕਦਾ ਆ। ਮੰਨ ਲਓ ਮੈਂ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਅਤੇ ਇੱਕ ਬੱਚਾ ਵਾਰ-ਵਾਰ ਇੱਧਰ ਉੱਧਰ ਝਾਂਕ ਰਿਹਾ, ਅਤੇ ਕਦੇ ਕਦਾਏ ਕੀ ਕਰਨਾ ਚਾਹੀਦਾ? ਤੁਹਾਨੂੰ ਕੀ ਲੱਗਦਾ ਆ? ਪ੍ਰੇਜ਼ ਕਰਨੀ ਚਾਹੀਦੀ, ਪ੍ਰਸ਼ੰਸਾ ਤਾਂ ਆਪਾਂ ਬਿਲਕੁਲ ਕਰਾਂਗੇ ਨਹੀਂ, ਰਿਵਾਰਡ ਦੇਵਾਂਗੇ, ਇਨਾਮ ਵੀ ਨਹੀਂ ਦੇਣਾ ਆਪਾਂ। ਸਖਤੀ ਨਾਲ ਵੀ ਇੱਥੇ ਲਿਖਿਆ ਵੀ ਹੋਇਆ ਨਾ ਕਿ ਡਿਕਰੀਜ਼ ਮਾਈਨਰ ਐਪਰੋਪਰੀਏਟ ਬਿਹੇਵੀਅਰ, ਕਿ ਨਿੱਕੇ ਮੋਟੇ ਗੈਰ ਵਾਜਬ ਵਿਹਾਰ ਨੂੰ ਆਪਾਂ ਘਟਾਉਣਾ ਆ। ਸੋ ਇਹਦੇ ਲਈ ਆਪਾਂ ਸਖਤੀ ਨਹੀਂ ਵਰਤਾਂਗੇ, ਆਪਾਂ ਨਜ਼ਰ ਅੰਦਾਜ਼ ਕਰ ਦਾਂਗੇ। ਚਲੋ ਠੀਕ ਹੈ ਯਾਰ, ਛੋਟੀ ਮੋਟੀ ਗਲਤੀ ਸੀਗੀ, ਮਾफ़ ਕਰਤਾ। ਕਈ ਵਾਰ ਆਉਂਦੇ ਆ ਨਾ ਬੱਚੇ ਆਪਣੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਆ। ਜੇਕਰ ਬੱਚਾ ਸ਼ਿਕਾਇਤ ਲੈ ਕੇ ਆਇਆ, 100 ਸ਼ਿਕਾਇਤਾਂ ਲੈ ਕੇ ਆਇਆ ਆਪਣੇ ਕੋਲ ਬੱਚਾ, ਐਗਜ਼ਾਮਪਲ ਦੇ ਰਿਹਾ ਜਸਟ ਮੈਂ, ਅਤੇ ਤੁਸੀਂ ਉਹਨਾਂ ਦੀਆਂ 80 ਹੱਲ ਕਰ ਦਿੰਦੇ ਹੋ, ਅਤੇ ਕੁਝ ਇਹੋ ਜਿਹੀਆਂ ਹੁੰਦੀਆਂ ਜਿਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ ਕਿ ਚੱਲ ਕੋਈ ਗੱਲ ਨਹੀਂ ਯਾਰ, ਵੀ ਬੱਚਾ ਸੁਧਰ ਜਾਏਗਾ ਹੌਲੀ ਹੌਲੀ, ਹੈ ਨਾ। ਕਈ ਵਾਰ ਆਪਾਂ ਇਗਨੋਰ ਕਰ ਦਿੰਦੇ ਹਾਂ। ਸੋ ਆਪਸ਼ਨ ਨੰਬਰ ਡੀ ਜਵਾਬ ਇਹਦਾ ਸਹੀ ਹੋ ਜਾਏਗਾ।
ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਦੇ ਵਿੱਚ ਡਿਡਕਟਿਵ ਆਰਗੂਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਇਹੋ ਜਿਹਾ ਪ੍ਰਸ਼ਨ ਪਹਿਲਾਂ ਵੀ ਆਇਆ ਸੀਗਾ। ਡਿਡਕਟਿਵ ਆਰਗੂਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਨਿਗਮਨੀ ਬਹਿਸ ਦਾ ਜਿਹੜਾ ਨਿਸ਼ਕਰਸ਼ ਹੋਏਗਾ ਜੀ ਉਹ ਕਿਹੋ ਜਿਹਾ ਹੋਏਗਾ? ਸਪਸ਼ਟ ਹੋਏਗਾ, ਨਿਸ਼ਚਿਤ, ਪ੍ਰੋਬੇਬਲ ਸੰਭਾਵੀ, ਐਕਸਪੀਰੀਅੰਸ ਅਨੁਭਵ, ਆਬਜ਼ਰਵੇਸ਼ਨ ਨਿਰੀਖਣ। ਸਹੀ ਜਵਾਬ ਦੀ ਗੱਲ ਕਰਦੇ ਹਾਂ। ਜਿਹੜਾ ਡਿਡਕਟਿਵ ਆਰਗੂਮੈਂਟ ਦਾ ਜਿਹੜਾ ਨਿਸ਼ਕਰਸ਼ ਹੋਏਗਾ ਜੀ ਉਹ ਸਰਟਨ ਹੀ ਹੋਏਗਾ, ਸਪਸ਼ਟ ਹੋਏਗਾ। ਆਪਸ਼ਨ ਨੰਬਰ ਇਹ ਜਵਾਬ ਤੁਹਾਡਾ ਸਹੀ ਹੈਗਾ ਜੀ। ਇਹ ਜਵਾਬ ਇਜ਼ ਦਾ ਰਾਈਟ ਆਨਸਰ। ਡਿਡਕਟਿਵ ਵੈਸੇ ਇੱਕ ਮੈਥਡ ਵੀ ਹੈਗਾ ਗ੍ਰਾਮਰ ਪੜ੍ਹਾਉਣ ਦਾ। ਇੱਕ ਹੈਗਾ ਡਿਡਕਟਿਵ ਮੈਥਡ ਤੇ ਇੱਕ ਹੈਗਾ ਇੰਡਕਟਿਵ ਮੈਥਡ। ਤੁਹਾਡਾ ਜਿਹੜਾ ਹੋਮਵਰਕ ਹੈਗਾ ਉਹ ਕੀ ਹੈ ਜੀ? ਤੁਸੀਂ ਮੈਨੂੰ ਡਿਡਕਟਿਵ ਮੈਥਡ ਬਾਰੇ ਦੱਸਣਾ ਆ ਤੇ ਇੰਡਕਟਿਵ ਮੈਥਡ ਬਾਰੇ ਦੱਸਣਾ ਆ। ਤੁਸੀਂ ਮੈਨੂੰ ਇਹ ਵੀ ਦੱਸਣਾ ਆ ਕਿ ਡਿਡਕਟਿਵ ਮੈਥਡ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਤੇ ਜਿਹੜਾ ਇੰਡਕਟਿਵ ਮੈਥਡ ਹੈ, ਜਿਹੜਾ ਕਿ ਇੱਥੇ ਨਹੀਂ ਲਿਖਿਆ ਹੋਇਆ, ਇੰਡਕਟਿਵ ਮੈਥਡ ਨੂੰ ਤੁਸੀਂ ਪੰਜਾਬੀ ਵਿੱਚ ਕਹਿੰਦੇ ਕੀ ਹੋ? ਪਿਛਲੀਆਂ ਕਲਾਸਿਸ ਦੇ ਵਿੱਚ ਵੇਖ ਲਓ, ਅੱਜ 172 ਕੁਐਸਚਨ ਆਪਾਂ ਡਿਸਕਸ ਕਰ ਚੁੱਕੇ ਹਾਂ। ਪਿਛਲੀਆਂ ਕਲਾਸਿਸ ਦੇ ਵਿੱਚ ਮੈਂ ਬਹੁਤ ਵਾਰ ਦੱਸਿਆ ਹੋਇਆ। ਹੁਣ ਤੁਹਾਡਾ ਹੋਮਵਰਕ ਇਹ ਹੈ, ਡਿਡਕਟਿਵ ਮੈਥਡ ਤੇ ਇੰਡਕਟਿਵ ਮੈਥਡ 'ਚ ਹੁੰਦਾ ਕੀ ਹੈ ਤੇ ਇਹਨਾਂ ਨੂੰ ਪੰਜਾਬੀ ਵਿੱਚ ਆਪਾਂ ਕਹਿੰਦੇ ਕੀ ਆ, ਤੁਸੀਂ ਉਹ ਲਿਖਣਾ ਆ। ਸੋ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਰੂਸੋ ਦੀ ਗੱਲ ਕੀਤੀ ਜਾ ਰਹੀ ਹੈ। ਰੂਸੋ ਐਡਵੋਕੇਟਡ ਐਨ ਐਜੂਕੇਸ਼ਨਲ ਮੈਥਡ ਵਿਦ ਕੰਸਿਸਟਡ ਆਫ ਰਿਮੂਵਿੰਗ ਦ ਚਾਈਲਡ ਫਰੋਮ। ਕਿ ਰੂਸੋ ਨੇ ਅਜਿਹੀ ਸਿੱਖਿਆ ਵਿਧੀ ਦੀ ਵਕਾਲਤ ਕੀਤੀ ਆ ਜਿਸ ਅਨੁਸਾਰ ਬੱਚੇ ਨੂੰ ਕਿੱਥੋਂ ਹਟਾਉਣ ਦੀ ਗੱਲ ਕੀਤੀ ਗਈ ਹੈ ਜੀ? ਕੀਤੀ ਗਈ ਸੀਗੀ ਸਕੂਲ ਤੋਂ, ਬਰਡਨ ਬੋਝ ਤੋਂ, ਸੁਸਾਇਟੀ ਸਮਾਜ ਤੋਂ, ਪਾਸਟ ਮੈਮਰੀ ਪੁਰਾਣੀਆਂ ਯਾਦਾਂ ਤੋਂ। ਸਹੀ ਜਵਾਬ ਦੀ ਗੱਲ ਕਰੀਏ ਤਾਂ ਰੂਸੋ ਨੇ ਜਿਹੜੀ ਗੱਲ ਹੈਗੀ ਆ ਜੀ ਉਹ ਕੀਤੀ ਹੈ ਕਿ ਬੱਚੇ ਨੂੰ ਸੁਸਾਇਟੀ ਤੋਂ ਰਿਮੂਵ ਕਰ ਦੇਣਾ ਚਾਹੀਦਾ ਆ। ਕੁਦਰਤੀ এনवायरमेंट ਦੇ ਵਿੱਚ ਨੈਚੁਰਲੀ ਜਿਹੜਾ ਬੱਚਾ ਹੈਗਾ ਜੀ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਨੂੰ ਸਿੱਖੇਗਾ। ਸੁਸਾਇਟੀ ਤੋਂ ਹੋ ਸਕਦਾ ਕੁਝ ਗਲਤ ਚੀਜ਼ਾਂ ਵੀ ਸਿੱਖ ਜਾਵੇ ਤੇ ਉਹਨੂੰ ਇਗਨੋਰ ਕਰੀਏ, ਹੈ ਨਾ, ਸੁਸਾਇਟੀ ਤੋਂ ਆਪਾਂ ਦੂਰ ਕਰ ਦਈਏ। ਸੋ ਇਹਦੀ ਹੀ ਗੱਲ ਇਹਨਾਂ ਦੁਆਰਾ ਕੀਤੀ ਗਈ ਸੀਗੀ ਰੂਸੋ ਦੁਆਰਾ। ਸੋ ਕਿਹੜਾ ਜਵਾਬ ਸਹੀ ਲਗਾਓਗੇ? ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਉਹ ਤੁਸੀਂ ਵੇਖ ਸਕਦੇ ਹੋ। ਪ੍ਰਾਇਰ ਨੌਲੇਜ ਇਜ਼ ਦ ਨੌਲੇਜ that is known independently of। ਪੂਰਵਵਰਤੀ ਗਿਆਨ ਨਿਮਨ ਦਰਜ ਵਿੱਚੋਂ ਕਿਸ ਤੋਂ ਸੁਤੰਤਰ ਹੁੰਦਾ ਹੈ? ਮਤਲਬ ਕਿ ਜਿਹੜਾ ਪਹਿਲਾਂ ਵਾਲਾ ਗਿਆਨ, ਇਹਦਾ ਮਤਲਬ ਤਾਂ ਮੈਂ ਹੀ ਸਮਝ ਪਾ ਰਿਹਾ। ਸੋ ਇਹ ਜਿਹੜਾ ਗਿਆਨ ਹੋਏਗਾ ਜੀ ਕਿਹੜੀ ਚੀਜ਼ ਤੋਂ ਸੁਤੰਤਰ ਹੋਏਗਾ? ਮਤਲਬ ਇਹਨਾਂ ਚੀਜ਼ਾਂ ਤੋਂ ਬਿਲਕੁਲ ਹੀ ਇੰਡੀਪੈਂਡੈਂਟ ਹੋਏਗਾ, ਉਹਦਾ ਕੋਈ ਲੈਣਾ ਦੇਣਾ ਨਹੀਂ ਹੋਣਾ ਉਸ ਚੀਜ਼ ਦੇ ਨਾਲ। ਐਨਾਲਾਈਸਿਸ ਦੇ ਨਾਲ, ਐਵੀਡੈਂਸ ਸਬੂਤ ਦੇ ਨਾਲ, ਐਕਸਪੀਰੀਅੰਸ ਅਨੁਭਵ ਦੇ ਨਾਲ, ਇਨਫੋਰਮੇਸ਼ਨ ਸੂਚਨਾ ਦੇ ਨਾਲ। ਸੋ ਸਹੀ ਜਵਾਬ ਜਿਹੜਾ ਹੋਊਗਾ ਜੀ, ਜਿਹੜਾ ਇੰਡੀਪੈਂਡੈਂਟਲੀ ਸੁਤੰਤਰ ਹੋਏਗਾ ਪੂਰਵਵਰਤੀ ਗਿਆਨ, ਉਹ ਹੋਏਗਾ ਜੀ ਐਕਸਪੀਰੀਅੰਸ ਤੋਂ। ਐਕਸਪੀਰੀਅੰਸ ਜਿਹੜਾ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਣਾ ਆ। ਮਤਲਬ ਜਿਹੜੀ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਹੈ ਜੀ ਪਹਿਲਾਂ ਤੋਂ ਹੀ ਜਿਹੜੀ ਜਾਣਕਾਰੀ ਆਲਰੇਡੀ ਹੈਗੀ ਆ ਉਹ ਕਿਸੇ ਅਨੁਭਵ ਦੇ ਆਧਾਰ ਤੇ ਨਹੀਂ ਹੈਗੀ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਅ ਪੋਸਟੀਰੀਅਰ ਨੌਲੇਜ ਇਜ਼ ਦਾ ਨੌਲੇਜ ਦੈਟ ਇਜ਼ ਨੋਨ ਬਾਏ। ਪੂਰਵਵਰਤੀ ਗਿਆਨ ਨਿਮਨ ਦਰਜ ਵਿੱਚੋਂ ਕਿਸ ਤੋਂ ਸੁਤੰਤਰ ਹੁੰਦਾ ਹੈ? ਵਿਸ਼ਲੇਸ਼ਣ, ਜਿਹਨੂੰ ਤੁਸੀਂ ਐਨਾਲਾਈਸਿਸ ਕਹਿ ਰਹੇ ਹੋ, ਐਵੀਡੈਂਸ ਸਬੂਤ, ਐਕਸਪੀਰੀਅੰਸ ਅਨੁਭਵ, ਇਨਫੋਰਮੇਸ਼ਨ ਸੂਚਨਾ। ਮਤਲਬ ਪੋਸਟੀਰੀਅਰ ਹੈ, ਪੂਰਵਵਰਤੀ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਪਹਿਲਾਂ ਵਾਲਾ ਜਿਹੜਾ ਸੀਗਾ ਮੈਨੂੰ ਲੱਗਦਾ ਪੰਜਾਬੀ ਦੀ ਥੋੜੀ ਜਿਹੀ ਮਿਸਟੇਕ ਹੋ ਗਈ ਹੈ, ਤੁਸੀਂ ਵੇਖ ਸਕਦੇ ਹੋ ਇੱਥੇ ਪੂਰਵਵਰਤੀ, ਇੱਧਰ ਵੀ ਪੂਰਵਵਰਤੀ ਹੀ ਲਿਖਿਆ ਹੋਇਆ, ਬਟ ਕੋਈ ਗੱਲ ਨਹੀਂ, ਇਗਨੋਰ ਕਰਿਓ ਇਸ ਚੀਜ਼ ਨੂੰ। ਪੋਸਟੀਰੀਅਰ ਤੇ ਪ੍ਰਾਇਰ ਨੌਲੇਜ ਦੀ ਤੁਸੀਂ ਗੱਲ ਕਰਨੀ ਆ। ਤੁਸੀਂ ਦੱਸੋ ਇਹਦਾ ਜਵਾਬ ਕੀ ਹੋਣਾ ਆ? ਇੱਥੇ ਇਹਦਾ ਜਿਹੜਾ ਜਵਾਬ ਹੋਏਗਾ ਜੀ, ਅ ਪੋਸਟੀਰੀਅਰ ਨੌਲੇਜ ਇਜ਼ ਅ ਨੌਲੇਜ ਦੈਟ ਇਜ਼ ਨੋਨ ਬਾਏ। ਐਕਸਪੀਰੀਅੰਸ ਦੇ ਆਧਾਰ ਤੇ ਹੀ ਤੁਹਾਨੂੰ ਇਹ ਨੌਲੇਜ ਮਿਲਦੀ ਆ। ਸੋ ਬਿਲਕੁਲ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਇੱਥੇ ਵੀ ਇਹੀ ਸੇਮ ਜਵਾਬ ਹੀ ਹੋਣਾ ਆ, ਕਿਉਂਕਿ ਇੱਥੇ ਤਾਂ ਇਹਨਾਂ ਨੇ ਆ ਜਿਹੜਾ ਵਰਡ ਹੈਗਾ ਜੀ ਇੰਡੀਪੈਂਡੈਂਟਲੀ ਵਰਡ ਜਿਹੜਾ ਲਿਖਿਆ ਹੋਇਆ ਜੀ, ਇਸ ਕਰਕੇ ਇਹ ਜਵਾਬ ਆਉਣਾ ਸੀਗਾ ਜੀ ਆਪਸ਼ਨ ਨੰਬਰ ਸੀ 174 ਦਾ। 175 ਦਾ ਜਿਹੜਾ ਜਵਾਬ ਹੈਗਾ ਜੀ ਇਹ ਵੀ ਐਕਸਪੀਰੀਅੰਸ ਹੀ ਆਊਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਅਕੋਰਡਿੰਗ ਟੂ ਜੌਨ ਲੌਕ ਅ ਚਾਈਲਡ ਮਾਈਂਡ ਡਜ਼ ਨਾਟ ਕੰਟੇਨ ਐਨੀ। ਜੌਨ ਲੌਕ ਦੇ ਅਨੁਸਾਰ ਬੱਚੇ ਦੇ ਮਨ ਵਿੱਚ ਕੀ ਨਹੀਂ ਹੁੰਦਾ? ਮੈਮਰੀ, ਯਾਦਾਂ, ਇਮੈਜੀਨੇਸ਼ਨ ਕਲਪਨਾ, ਆਬਜ਼ਰਵੇਸ਼ਨ ਨਿਰੀਖਣ, ਆਈਨੇਟ ਆਈਡੀਆਜ਼ ਜਨਮਜਾਤ ਵਿਚਾਰ। ਜੌਨ ਲੌਕ ਕੀ ਕਹਿੰਦੇ ਸੀਗੇ ਜੀ? ਜੌਨ ਲੌਕ ਕਹਿੰਦੇ ਸੀਗੇ ਕਿ ਜਿਹੜਾ ਬੱਚੇ ਦਾ ਦਿਮਾਗ ਹੈਗਾ ਆ ਉਹ ਕੀ ਹੁੰਦਾ ਆ ਜੀ? ਟੇਬਲ ਰਾਸਾ ਹੁੰਦਾ ਆ, ਬਿਲਕੁਲ ਖਾਲੀ ਸਲੇਟ ਵਰਗਾ ਹੁੰਦਾ ਆ, ਸਪੰਜ ਵਰਗਾ ਹੁੰਦਾ ਆ, ਜਿਹਨੂੰ ਤੁਸੀਂ ਕੀ ਕਰਨਾ ਆ? ਜਿਹਨੂੰ ਤੁਸੀਂ ਭਰਨਾ ਆ। ਸੋ ਇਸ ਅਕੋਰਡਿੰਗ ਵੇਖਿਆ ਜਾਵੇ ਤੇ ਜੌਨ ਲੌਕ ਅਨੁਸਾਰ ਜਿਹੜਾ ਚਾਈਲਡ ਦਾ ਜਿਹੜਾ ਮਾਈਂਡ ਹੈਗਾ ਜੀ ਉਹ ਕੀ ਹੈਗਾ ਜੀ? ਉਹ ਉਹਦੇ ਕੋਲ ਕੁਝ ਹੁੰਦਾ ਨਹੀਂ ਆ, ਆਈਨੇਟ ਆਈਡੀਆਜ਼ ਉਹਦੇ ਕੋਲ ਨਹੀਂ ਹੁੰਦੇ, ਜਨਮਜਾਤ ਵਿਚਾਰ ਨਹੀਂ ਹੁੰਦੇ। ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਣਾ ਆ। ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਏ ਬੀ ਸੀ ਇਹਦੇ ਜਵਾਬ ਨਹੀਂ ਹੋਊਗਾ। ਆਪਸ਼ਨ ਨੰਬਰ ਡੀ ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਦ ਐਪਲੀਕੇਸ਼ਨ ਆਫ ਆਈਡੀਆਜ਼ ਨੌਲੇਜ ਐਂਡ ਸਕਿੱਲ ਟੂ ਅਚੀਵ ਦ ਡਿਜ਼ਾਇਰਡ ਰਿਜ਼ਲਟ ਇਜ਼ ਕਾਲਡ। ਤੁਹਾਨੂੰ ਕੀ ਲੱਗਦਾ ਆ ਕਿ ਐਪਲੀਕੇਸ਼ਨ ਆਫ ਆਈਡੀਆਜ਼ ਨੌਲੇਜ ਐਂਡ ਸਕਿੱਲਸ ਟੂ ਅਚੀਵ ਦ ਡਿਜ਼ਾਇਰਡ ਰਿਜ਼ਲਟ ਇਜ਼ ਕਾਲਡ। ਇੱਛਤ ਨਤੀਜੇ ਪ੍ਰਾਪਤ ਕਰਨ ਦੇ ਲਈ ਵਿਚਾਰਾਂ, ਗਿਆਨ ਅਤੇ ਮੁਹਾਰਤਾਂ ਦੇ ਵੰਡਣ ਨੂੰ ਕਹਿੰਦੇ ਕੀ ਹੋ ਜੀ? ਕ੍ਰਿਟੀਕਲ ਥਿੰਕਿੰਗ ਕਹਿੰਦੇ ਹੋ, ਪ੍ਰੋਬਲਮ ਸੋਲਵਿੰਗ ਕਹਿੰਦੇ ਹੋ, ਸਮੱਸਿਆ ਸਮਾਧਾਨ, ਆਲੋਚਨਾਤਮਕ ਸੋਚ, ਡਿਡਕਟਿਵ ਮੈਥਡ, ਨਿਗਮਨੀ ਵਿਧੀ ਜਾਂ ਫਿਰ ਰੀਜ਼ਨਡ ਆਰਗੂਮੈਂਟ, ਦਲੀਲ ਯੁਕਤ ਤਰਕ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਐਪਲੀਕੇਸ਼ਨ ਆਫ ਆਈਡੀਆਜ਼। ਤੁਸੀਂ ਹੈ ਨਾ ਆਈਡੀਆਜ਼ ਨੂੰ ਅਪਲਾਈ ਕਰ ਰਹੇ ਹੋ, ਨੌਲੇਜ ਨੂੰ ਤੇ ਸਕਿੱਲ ਨੂੰ, ਤੇ ਇੱਕ ਜਿਹੜਾ ਡਿਜ਼ਾਇਰ ਰਿਜ਼ਲਟ ਹੈਗਾ ਜੀ ਉਹ ਆ ਰਿਹਾ। ਸੋ ਇਹਨੂੰ ਤੁਸੀਂ ਕਹਿੰਦੇ ਹੋ ਜੀ ਪ੍ਰੋਬਲਮ ਸੋਲਵਿੰਗ। ਕੀ ਕਹਿੰਦੇ ਹੋ ਜੀ? ਪ੍ਰੋਬਲਮ ਸੋਲਵਿੰਗ। ਆਪਸ਼ਨ ਨੰਬਰ ਜਿਹੜਾ ਬੀ ਜਵਾਬ ਹੋਏਗਾ ਜੀ ਇਹ ਤੁਹਾਡਾ
ਸਹੀ ਹੋਏਗਾ। ਪ੍ਰੋਬਲਮ ਸੋਲਵਿੰਗ ਦੇ ਵਿੱਚ ਤੁਸੀਂ ਕੋਗਨੀਟਿਵ ਐਬਿਲਿਟੀਜ਼ ਦੀ ਵਰਤੋਂ ਕਰਦੇ ਹੋ, ਨੌਲੇਜ ਦੀ ਵਰਤੋਂ ਕਰਦੇ ਹੋ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੀ ਆਪਾਂ ਗੱਲ ਕਰਾਂਗੇ, ਰੋਬਰਟ ਸਟਰਨਬਰਗ ਦੀ ਗੱਲ ਕੀਤੀ ਜਾ ਰਹੀ ਹੈ ਕਿ ਰੋਬਰਟ ਸਟਰਨਬਰਗ ਨੇ ਡਿਫਰੈਂਟ ਟਾਈਪ ਆਫ ਰਿਕੁਆਇਰਡ ਇੰਟੈਲੀਜੈਂਸ ਫॉर ਕ੍ਰੀਏਟੀਵਿਟੀ ਆਰ। ਰੋਬਰਟ ਸਟਰਨਬਰਗ ਦੀ ਜਿਨ੍ਹਾਂ ਨੂੰ ਥਿਊਰੀ ਆਉਂਦੀ ਹੈ ਤੇ ਉਹ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਆ ਕਿ ਰੋਬਰਟ ਸਟਰਨਬਰਗ ਅਨੁਸਾਰ ਸਿਰਜਣਾਤਮਕਤਾ ਲਈ ਲੋੜੀਂਦੀ ਬੁੱਧੀ ਦੀਆਂ ਕਿਹੜੀਆਂ 3 ਕਿਸਮਾਂ ਦੀ ਲੋੜ ਪੈਂਦੀ ਹੈ ਜੀ? ਐਨਾਲਿਟੀਕਲ, ਕ੍ਰਿਟੀਕਲ, ਪ੍ਰੈਕਟੀਕਲ। ਵਿਸ਼ਲੇਸ਼ਣੀ, ਆਲੋਚਨਾਤਮਕ ਅਤੇ ਵਿਹਾਰਕ। ਆਪਸ਼ਨ ਨੰਬਰ ਬੀ ਵੇਖੋ, ਐਬਸਟਰੈਕਟ, ਸਿੰਥੈਟਿਕ ਐਂਡ ਐਨਾਲਿਟੀਕਲ। ਸੂਖਮ, ਸੰਸ਼ਲੇਸ਼ਣੀ ਤੇ ਵਿਸ਼ਲੇਸ਼ਣੀ। ਸਿੰਥੈਟਿਕ, ਐਨਾਲਿਟੀਕਲ ਐਂਡ ਪ੍ਰੈਕਟੀਕਲ। ਸੰਸ਼ਲੇਸ਼ਣੀ, ਵਿਸ਼ਲੇਸ਼ਣੀ ਅਤੇ ਵਿਹਾਰਕ। ਆਪਸ਼ਨ ਨੰਬਰ ਡੀ ਐਨਾਲਿਟੀਕਲ, ਆਬਜ਼ਰਵੇਸ਼ਨ ਐਂਡ ਪ੍ਰੈਕਟੀਕਲ। ਵਿਸ਼ਲੇਸ਼ਣੀ, ਨਿਰੀਖਣ ਅਤੇ ਵਿਹਾਰਕ। ਸਹੀ ਜਵਾਬ ਦੀ ਮੈਂ ਜੇਕਰ ਗੱਲ ਕਰਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਟਰਨਬਰਗ ਨੇ ਇੱਕ ਟ੍ਰਾਇਰਆਰਕਿਕ ਥਿਊਰੀ ਦਿੱਤੀ ਸੀਗੀ ਜਿਹਦੇ ਵਿੱਚ ਤੁਸੀਂ PCA ਵੇਖ ਸਕਦੇ ਹੋ। ਪ੍ਰੈਕਟੀਕਲ ਇੰਟੈਲੀਜੈਂਸ ਦੀ ਇਹਨਾਂ ਨੇ ਗੱਲ ਕੀਤੀ ਸੀ, ਕ੍ਰੀਏਟਿਵ ਇੰਟੈਲੀਜੈਂਸ ਦੀ ਗੱਲ ਕੀਤੀ ਸੀ, ਐਨਾਲਿਟੀਕਲ ਇੰਟੈਲੀਜੈਂਸ ਦੀ ਗੱਲ ਕੀਤੀ ਸੀਗੀ। ਐਂਡ ਇਹਨਾਂ ਇੰਟੈਲੀਜੈਂਸ ਦੇ ਵਿੱਚ ਕਿਹਾ ਕੀ ਕੁਝ ਗਿਆ ਇਹ ਤੁਸੀਂ ਆਪ ਪੜ੍ਹ ਲਿਓ, ਸਕਰੀਨਸ਼ਾਟ ਲੈ ਲਿਓ। ਐਂਡ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ, ਇਹਦੇ ਵਿੱਚ ਤੁਸੀਂ ਪ੍ਰੈਕਟੀਕਲ ਵੇਖ ਲਿਆ, ਐਨਾਲਿਟੀਕਲ ਦੇਖ ਲਿਆ, ਬਟ ਸਿੰਥੈਟਿਕ ਦਾ ਕਿਤੇ ਲਿਖਿਆ ਨਹੀਂ ਹੋਇਆ। ਸਿੰਥੈਟਿਕ ਜਿਹੜਾ ਪਾਰਟ ਹੈਗਾ ਜੀ ਉਹ ਹੈਗਾ ਜੀ ਕ੍ਰੀਏਟਿਵ ਦਾ ਪਾਰਟ। ਕ੍ਰੀਏਟਿਵ ਇੰਟੈਲੀਜੈਂਸ ਦਾ ਇੱਕ ਛੋਟਾ ਜਿਹਾ ਪਾਰਟ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਜਿਹਨੂੰ ਤੁਸੀਂ ਸਿੰਥੈਟਿਕ ਕਹਿੰਦੇ ਹੋ। ਸੋ ਇਸ ਕਰਕੇ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦੋਗੇ ਟਿਕ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹੜਾ ਕਿ ਸੈਕੰਡ ਲਾਸਟ ਪ੍ਰਸ਼ਨ ਹੈ, ਕਨੈਕਸ਼ਨ ਬਿਟਵੀਨ ਸਟਿਮੂਲਸ ਐਂਡ ਰਿਸਪੌਂਸ ਇਜ਼ ਕਾਲਡ। ਜਿਹੜਾ ਸਟਿਮੂਲਸ ਅਤੇ ਰਿਸਪੌਂਸ ਦੇ ਵਿੱਚ ਜਿਹੜਾ ਕਨੈਕਸ਼ਨ ਵੇਖਣ ਨੂੰ ਮਿਲਦਾ ਆ ਉਹਨੂੰ ਤੁਸੀਂ ਕਹਿੰਦੇ ਕੀ ਹੋ? ਉਤੇਜਕ ਅਤੇ ਪ੍ਰਤੀਕਰਮ ਵਿਚਲੇ ਸੰਬੰਧ ਨੂੰ ਕਿਹਾ ਕੀ ਜਾਂਦਾ ਆ? ਰਿਸੀਵਿੰਗ, ਐਕਸੈਪਟਿੰਗ, ਪੈਰਾਡਿਗਮ। ਪ੍ਰਾਪਤਵਾਨ ਦੇ ਉਦਾਹਰਣ। ਆਪਸ਼ਨ ਨੰਬਰ ਬੀ ਸਟਿਮੂਲਸ ਰਿਸਪੌਂਸ ਪੈਰਾਡਿਗਮ, ਉਤੇਜਕ ਪ੍ਰਤੀਕਰਮ ਦੀ ਉਦਾਹਰਣ। ਜਾਂ ਫਿਰ ਆਪਸ਼ਨ ਨੰਬਰ ਸੀ ਰਿਸੀਵਿੰਗ ਐਕਸੈਪਟਿੰਗ ਬੌਂਡ, ਪ੍ਰਾਪਤਵਾਨ ਦਾ ਸੰਬੰਧ। ਜਾਂ ਫਿਰ ਆਪਸ਼ਨ ਨੰਬਰ ਡੀ ਸਟਿਮੂਲਸ ਰਿਸਪੌਂਸ ਬੌਂਡ, ਉਤੇਜਕ ਪ੍ਰਤੀਕਰਮ ਦਾ ਸੰਬੰਧ। ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਊਗਾ ਜੀ। ਹੁਣੇ ਮੈਂ ਤੁਹਾਨੂੰ ਦੱਸੂਗਾ ਵੀ ਸਟਿਮੂਲਸ ਅਤੇ ਰਿਸਪੌਂਸ ਹੁੰਦਾ ਕੀ ਆ। ਲਾਸਟ ਕੁਐਸਚਨ ਇਸ ਟੌਪਿਕ ਤੋਂ ਰਿਲੇਟਡ ਹੈਗਾ ਜਿਸ ਕਰਕੇ ਮੈਂ ਤੁਹਾਨੂੰ ਉੱਥੇ ਹੀ ਦੱਸੂਗਾ ਸਟਿਮੂਲਸ ਅਤੇ ਰਿਸਪੌਂਸ ਹੁੰਦਾ ਕੀ ਹੈ। ਐਂਡ ਆਪਸ਼ਨ ਨੰਬਰ ਡੀ ਜਵਾਬ ਸਹੀ ਲਗਾ ਲਿਓ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹੜਾ ਕਿ ਅੱਜ ਦਾ ਲਾਸਟ ਪ੍ਰਸ਼ਨ ਹੈ, ਉਸ ਤੋਂ ਬਾਅਦ ਅਸੀਂ ਸੈਸ਼ਨ ਨੂੰ ਕਰ ਦਾਂਗੇ ਖਤਮ। ਲਾਸਟ ਜਿਹੜਾ ਪ੍ਰਸ਼ਨ ਹੈਗਾ ਜੀ ਇਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਦ ਡੈਸ਼ ਦ ਸਟਿਮੂਲਸ ਰਿਸਪੌਂਸ ਬੌਂਡ ਦ ਬੈਟਰ ਅ ਪਰਸਨ ਹੈਡ ਲਰਨ ਦ ਲੈਸਨ। ਮਤਲਬ ਇਹ ਕਿ ਜਿਹੜਾ ਉਤੇਜਕ ਪ੍ਰਤੀਕਰਮ ਬੌਂਡ SR ਬੌਂਡ ਜੇ ਵਿਅਕਤੀ ਨੇ ਸਬਕ ਸਿੱਖ ਲਿਆ ਹੋਵੇ ਉਹ ਉਤਨਾ ਬਿਹਤਰ ਹੋਵੇਗਾ। ਸਹੀ ਜਵਾਬ ਕੀ ਹੋਏਗਾ ਜੀ? ਸਟੇਬਲ, ਸੰਤੁਲਿਤ, ਸਥਿਰ। ਆਪਸ਼ਨ ਨੰਬਰ ਬੀ ਵੀਕਰ, ਵਧੇਰੇ ਕਮਜ਼ੋਰ। ਆਪਸ਼ਨ ਨੰਬਰ ਸੀ ਸਟਰੋਂਗਰ, ਵਧੇਰੇ ਸ਼ਕਤੀਸ਼ਾਲੀ। ਜਾਂ ਫਿਰ ਅਨਸਟੇਬਲ, ਅਸਥਿਰ। ਵੈਸੇ ਸਟਿਮੂਲਸ ਅਤੇ ਰਿਸਪੌਂਸ ਬੌਂਡ ਹੁੰਦਾ ਕੀ ਹੈ ਮੈਂ ਇਹਦੇ ਬਾਰੇ ਦੱਸ ਦਿੰਦਾ। ਮੈਂ ਕਲਾਸ ਵਿੱਚ ਗਿਆ, ਮੈਂ ਕਿਹਾ ਪਿਆਰੇ ਬੱਚਿਓ ਆਹ ਵਾਲਾ ਜਿਹੜਾ ਪਾਠ ਹੈਗਾ ਤੁਸੀਂ ਪੜ੍ਹ ਕੇ ਆਏ ਹੋ? ਮੈਂ ਜਿਹੜਾ ਕੱਲ ਪਾਠ ਪੜ੍ਹਾਇਆ ਸੀਗਾ, ਜਿਹੜਾ ਪਾਠ ਦ ਪਲੇਇੰਗ ਕਬੱਡੀ ਨਾਮ ਦਾ ਇੱਕ ਲੈਸਨ ਸੀਗਾ, ਦ ਪਲੇਇੰਗ ਕਬੱਡੀ। ਇਹ ਮੈਂ ਕੱਲ ਮੰਨ ਲਓ ਪਾਠ ਪੜ੍ਹਾਇਆ ਬੱਚਿਆਂ ਨੂੰ, 7th 8ਵਾਂ ਪਾਠ ਸੀਗਾ ਕਲਾਸ ਦਾ। ਅਤੇ ਬੱਚਿਆਂ ਨੂੰ ਪੁੱਛਿਆ ਬੱਚਿਓ ਪੜ੍ਹ ਕੇ ਆਏ ਹੋ? ਜਿਹੜੇ ਬੱਚੇ ਪੜ੍ਹ ਕੇ ਆਏ ਆ ਹੈਂਡ ਰੇਸ ਕਰੋ। ਜਦੋਂ ਮੈਂ ਇਹ ਗੱਲ ਕਹੀ ਨਾ ਤੇ ਸਾਰੇ ਬੱਚਿਆਂ ਨੇ ਹੈਂਡ ਰੇਸ ਕਰਤੇ, ਸਾਰੇ ਬੱਚਿਆਂ ਨੇ ਹੱਥ ਖੜੇ ਕਰਤੇ। ਅਤੇ ਜਦੋਂ ਮੇਰੇ ਦੁਆਰਾ ਮੇਰੇ ਮੂੰਹ ਤੋਂ ਇਹ ਗੱਲ ਕਹੀ ਗਈ ਉਹ ਕੀ ਸੀ ਜੀ? ਇੱਕ ਸਟਿਮੂਲਸ ਸੀਗਾ। ਜਦੋਂ ਉਹਨਾਂ ਨੂੰ ਸਟਿਮੂਲਸ ਮਿਲਿਆ ਤੇ ਸਾਰੇ ਬੱਚਿਆਂ ਨੇ ਹੱਥ ਖੜਾ ਕੀਤਾ, ਰਿਸਪੌਂਸ ਦਿੱਤਾ। ਠੀਕ ਆ ਜੀ, ਹੱਥ ਖੜੇ ਕੀਤਾ, ਹੈਂਡ ਰੇਸ ਕੀਤੇ, ਉਹਨਾਂ ਨੇ ਉਹ ਰਿਸਪੌਂਡ ਕੀਤਾ। ਅਤੇ ਉਸ ਤੋਂ ਬਾਅਦ ਮੈਂ ਕਿਹਾ ਕਿ ਠੀਕ ਹੈ ਬੇਟਾ, ਵੈਰੀ ਗੁੱਡ। ਜਦੋਂ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਨਾ ਤੇ ਮੈਂ ਉਹਨਾਂ ਨੂੰ ਰੈਨਫੋਰਸ ਕੀਤਾ, ਪੂਰਨ ਬਲਨ ਦਿੱਤਾ ਕਿ ਬੇਟਾ ਇਸੇ ਤਰ੍ਹਾਂ ਤੁਸੀਂ ਰੋਜ਼ ਪੜ੍ਹ ਕੇ ਆਉਣਾ ਆ। ਸ਼ਾਬਾਸ਼ੀ ਮਿਲੀ ਉਹਨਾਂ ਨੂੰ ਕਿ ਬੇਟਾ ਤੁਸੀਂ ਸਾਰੇ ਪੜ੍ਹ ਕੇ ਆਏ ਹੋ, ਸ਼ਾਬਾਸ਼। ਸੋ ਇਹ ਜਿਹੜਾ ਮੈਂ ਕੰਮ ਕੀਤਾ ਮਤਲਬ ਕਿ ਦਾ ਸਟਿਮੂਲਸ ਰਿਸਪੌਂਸ ਬੌਂਡ ਦ ਬੈਟਰ ਪਰਸਨ ਹੈਜ਼ ਲਰਨ ਦ ਲੈਸਨ। ਮਤਲਬ ਕਿ ਇਹ ਜਿੰਨਾ ਵਧੀਆ ਇਹਦੇ ਵਿੱਚ ਹੋਏਗਾ, ਮਤਲਬ ਇਹ ਸਟਰੋਂਗਰ ਹੋਏਗਾ, ਉਹਨਾਂ ਜਿਹੜਾ ਪਰਸਨ ਹੈਗਾ ਜੀ ਉਹਨਾਂ ਵਧੀਆ ਉਸ ਪਾਠ ਨੂੰ ਯਾਦ ਕਰੇਗਾ, ਬਿਹਤਰ ਹੋਵੇਗਾ ਜਿਹੜਾ ਪਰਸਨ ਹੋਏਗਾ। ਸੋ ਆਪਸ਼ਨ ਨੰਬਰ ਸੀ ਜਵਾਬ ਜਿਹੜਾ ਹੋਏਗਾ ਜੀ ਇਹ ਤੁਹਾਡਾ ਸਹੀ ਬਣੇਗਾ। ਐਂਡ ਦੋਸਤੋ ਇਹ ਸੀਗੇ ਜੀ ਅੱਜ ਦੇ ਆਪਣੇ 15 ਕੁ ਪ੍ਰਸ਼ਨ। ਐਂਡ ਹੋ ਸਕਦਾ ਤੁਹਾਨੂੰ ਇਹਦੇ ਵਿੱਚੋਂ ਕਾਫੀ ਸਾਰੇ ਪ੍ਰਸ਼ਨ ਆਉਂਦੇ ਵੀ ਹੋਣ। ਤੇ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਐਂਡ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ। ਸੋ ਦੋਸਤੋ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।